हिंदुस्तान दी एक अजीम शख्सियत है देवबंद दे। वो समझ लो कि पहले शागिर्द सी मौलाना महमूद उल हसन देवबंदी रहमतुल्लाह अलैह। यानी अजीम सियासी शख्सियत और अजीम दीनी मजहबी शख्सियत। उन्होंने हिंदुस्तान की आज़ादी की तहरीक भी चलाई सी। एक तहरीक रेशमी रुमालों की तहरीक तारीख दे विच मशहूर है। ਉਹਦੇ ਉਹ समझ लो कि करता दरता से अंग्रेज के खिलाफ आलमे दीन भी सी ते एक पासे आज़ादी दे ਜਿਹੜਾ ना वो लीडर भी सी। ਉਹ खैर फेल हो गई क्योंकि तुहानू पता गद्दारी तो मुसलमानों च बहुत ज़्यादा वा ते ਉਹ गिरफ्तार हो गए। अंग्रेज़ ने उन्होंने गिरफ्तार करके माल्टा ਦੇ ਵਿੱਚ ਜਲਾ ਵਤਨ ਕਰਕੇ ਅਸੀਰ ਕਰ ਦਿੱਤਾ। ਜਿੱਦਾਂ ਬਹਾਦਰ ਸ਼ਾਹ ਜ਼ਫਰ ਸੀ ਨਾ, ਉਹਨੂੰ ਵੀ ਇੱਥੋਂ ਗ੍ਰਿਫਤਾਰ ਕਰਕੇ ਉਹਨੂੰ ਰੰਗੂਨ ਬਰਮਾ ਦੇ ਵਿੱਚ ਨਜ਼ਰਬੰਦ ਕੀਤਾ ਜਾਂ ਕੈਦ ਕੀਤਾ। ਇਹਨੂੰ ਆਪਣਾ ਜਿਹੜੇ ਹੈ ਸੀਗੇ ਮਹਿਮੂਦ ਉਲ ਹਸਨ ਦੇਵਬੰਦੀ ਰਹਿਮਤੁल्लाह अलैह, ਇਹਨਾਂ ਨੂੰ ਉਹਨੇ ਨਾ ਉੱਥੇ ਮਾਲਟਾ ਇੱਕ ਜਜ਼ੀਰਾ ਵਾ ਉਹਦੇ ਵਿੱਚ ਜਿਹੜਾ ਉਹ ਭੇਜ ਦਿੱਤਾ। ਹੁਣ ਉਹ ਜਿਹੜਾ ਜਜ਼ੀਰਾ ਨਾ ਉੱਥੇ ਫਿਰ ਉਹਨਾਂ ਨੂੰ ਜ਼ਾਹਿਰ ਹੈ ਕਿ ਕੈਦੀ ਦੇ ਉੱਤੇ ਜਿੱਦਾਂ ਦਾ ਸਲੂਕ ਵੀ ਹੁੰਦਾ। ਬਹਰਹਾਲ ਉਹ ਫਿਰ ਬੜੇ ਸਖਤ ਬਿਮਾਰ ਹੋ ਗਏ, ਇੱਥੋਂ ਤੱਕ ਕਿ ਉਹਨਾਂ ਨੂੰ ਟੀਬੀ ਹੋ ਗਈ 3rd ਸਟੇਜ ਦੀ। ਉਸ ਜ਼ਮਾਨੇ ਟੀਬੀ ਜਿਹੜੀ ਹੈ ਉਹ ਸਾਡੇ ਹੁਣ ਕੈਂਸਰ ਦਾ ਵੀ ਇਲਾਜ ਨਿਕਲਿਆ, ਲੇਕਿਨ ਉਸ ਟਾਈਮ ਮੈਨੂੰ ਯਾਦ ਆ, ਮੈਨੂੰ ਬਲਕਿ ਉਸ ਤੋਂ ਬਾਅਦ ਦਾ ਕਾਫੀ ਯਾਦ ਆ ਕਿ ਟੀਬੀ ਜਿਹਨੂੰ ਹੋ ਜਾਂਦੀ ਸੀ ਨਾ, ਉਹ ਕਹਿੰਦੇ ਸੀ ਇਹ ਤੇ ਹੁਣ ਮਰ ਗਿਆ, ਇਹ ਤਾਂ ਐਵੇਂ ਬਸ ਤੁਰਿਆ ਫਿਰਦਾ ਵਾ। ਹੁਣ ਤਾਂ ਟੀਬੀ ਦਾ ਇਲਾਜ ਹੋ ਜਾਂਦਾ। ਅੱਛਾ 3rd ਸਟੇਜ, ਉਹਦੇ 'ਚ 1st ਸਟੇਜ 2nd ਸਟੇਜ 3rd ਸਟੇਜ, 3rd ਸਟੇਜ ਦੀ ਉਹਨਾਂ ਨੂੰ ਟੀਬੀ ਹੋ ਗਈ ਸੀ। ਤੇ ਉਹ ਅੰਗਰੇਜ਼ ਨੇ ਜਿਹੜਾ ਨਾ ਉਹਨਾਂ ਨੂੰ ਇਸ ਵਾਸਤੇ ਜਿਹੜਾ ਨਾ ਉਹ ਆਜ਼ਾਦੀ ਦੇ ਦਿੱਤੀ ਵੀ ਇਹ ਹੁਣ ਇੱਥੇ ਮਰ ਜਾਏਗਾ ਤੇ ਜਿੱਦਾਂ ਕਹਿੰਦੇ ਆ ਵੀ ਫਿਰ ਜ਼ਿਆਦਾ ਉਹਦਾ ਨਾਮ ਬਣ ਜਾਂਦਾ ਤੇ ਸਾਡੇ ਨਾਂ ਲੱਗਣਾ, ਇਹਨੇ ਮਰ ਤਾਂ ਵੈਸੇ ਹੀ ਜਾਣਾ। ਉਹਨਾਂ ਨੇ ਉਹਨੂੰ ਆਜ਼ਾਦ ਕਰ ਦਿੱਤਾ। ਜੇ ਉਹ ਆਜ਼ਾਦੀ ਤੋਂ ਬਾਅਦ ਜਿਸ ਵੇਲੇ ਉਹ ਆਏ ਨਾ ਤੇ ਉਸ ਵੇਲੇ ਇਹ ਦਿਓਬੰਦ ਦਾ ਇੱਕ ਜਿਹੜਾ ਨਾ ਹੋ ਰਿਹਾ ਸੀਗਾ ਕੋਈ ਇਜਤਮਾ। ਉੱਥੇ ਸਾਰੇ ਮਤਲਬ ਇਕੱਠੇ ਸੀ ਤੇ ਉਹ ਬਿਮਾਰ ਸੀਗਾ ਬਹੁਤ ਜ਼ਿਆਦਾ। ਤੇ ਉਹਨਾਂ ਨੂੰ ਮਤਲਬ ਬਿਮਾਰੀ ਦੀ ਹਾਲਤ 'ਚ ਉਹਨਾਂ ਕਿਹਾ ਮੈਨੂੰ ਉੱਥੇ ਲੈ ਕੇ ਚੱਲੋ। ਉਹ ਉਹਨਾਂ ਨੂੰ ਉੱਥੇ ਲਿਆਂਦਾ ਤੇ ਉਹਨਾਂ ਨੇ ਉੱਥੇ ਨਾ ਤਕਰੀਰ ਕੀਤੀ ਜਿਹੋ ਜਿਹੀ ਇੱਕ ਬਿਮਾਰ ਬੰਦੇ ਨੇ ਕਰਨੀ ਸੀ। ਤੇ ਬਹਰਹਾਲ ਉਹਦੇ 'ਚ ਉਹਨਾਂ ਨੇ ਇੱਕ ਬਿਆਨ ਦਿੱਤਾ। ਉਹ ਬਿਆਨ ਹੈ ਜਿਹੜਾ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਮੈਂ ਕੈਦ ਦੀਆਂ ਤਨਹਾਈਆਂ ਦੇ ਵਿੱਚ ਇਸ ਗੱਲ ਦੇ ਉੱਤੇ ਬੜਾ ਗੌਰ ਕੀਤਾ ਕਿ ਮੁਸਲਮਾਨਾਂ ਦੇ ਜ਼ਵਾਲ ਦਾ ਸਬਬ ਕੀ ਹੈ। ਉਹਨੇ ਕਿਹਾ ਵੀ ਮੈਨੂੰ ਇਹ ਚੀਜ਼ ਸਮਝ ਆਈ ਹੈ ਕਿ ਮੁਸਲਮਾਨਾਂ ਦੇ ਜ਼ਵਾਲ ਦੇ 2 ਸਬਬ ਹੈ। ਇੱਕ ਕੁਰਾਨ ਤੋਂ दूरी, दूसरा फिरका वारियत। और उन्होंने कहा कि मैं ये फैसला करके आया कि मैं अगर अल्लाह ने मैनू जिहड़ी भी जिंदगी दी ना, ये 2 चीज़ों के खिलाफ जिहाद करांगा। यानी एक तो कुरान नू आम करांगा, दूसरा मैं फिरका वारियत नू खत्म करने वास्ते ना कोशिश करांगा। अच्छा जी, वो तो अल्लाह ने फिर उन्होंने लिखी इन्नी सी तो वो तो ज़्यादा देर नहीं रहे। मगर उन्होंने जिहड़े पिछे सुनने वाले सी उन्होंने भी इस गल का कोई एडा नोटिस नहीं। वैसे रिकॉर्ड च महफूज है, वो भी मान लैणगे हाँ कही है, लेकिन ये वास्ते कुछ नहीं किया गया। यानी मतलब है कि ये चीज़ मैं जिहड़ी गल तुहानूं कहना हुन्ना ना कि तुसीं गौर करो कि जिहड़ा ना वो 10-10 15-15 साल मदरसिਆਂ ਦੇ ਵਿੱਚ ਬੱਚੇ ਪੜ੍ਹਦੇ ਆ। ਇਹ ਮੇਰਾ ਭਾਈ ਹੈ, ਕਜ਼ਨ ਹੈ ਮੇਰਾ, ਇਹ ਵੀ 8-9 ਸਾਲ ਲਾ ਕੇ ਆਇਆ ਹੁਣ ਮਦਰਸੇ 'ਚ। ਉੱਥੇ ਕਰਾਚੀ ਕਿਹੜੇ 'ਚ ਸੀਗਾ,
ਜਾਮੀਆ ਬਨੋਰੀਆ ਦੇ ਵਿੱਚ। ਅੱਛਾ, ਇਹ ਤੁਸੀਂ ਆ ਕੇ ਦੇਖੋ ਕਿ ਹੁਣ ਮਤਲਬ ਕਿ ਮਸਜਿਦਾਂ ਦੇ ਮੌਲਵੀਆਂ ਦੇ ਵਿੱਚ 99% ਮੌਲਵੀ ਜਿਹੜੇ ਆ ਉਹਨਾਂ ਨੂੰ ਨਾ ਤਰਜਮਾ ਆਉਂਦਾ ਹੈ, ਨਾ ਉਹਨੂੰ ਕੁਰਾਨ ਦੀ ਤਫਸੀਰ ਸਮਝ ਆਉਂਦੀ ਹੈ, ਔਰ ਉਹ ਬਸ ਐਸੇ ਤਰੀਕੇ ਨਾਲ ਹੀ ਹੈ। ਹੁਣ ਅੰਦਾਜ਼ਾ ਕਰੋ ਨਾ ਵੀ ਅਗਰ ਮੌਲਵੀ ਦਾ ਇਹ ਹਾਲ ਹੈ 100 ਮੌਲਵੀਆਂ ਦੇ ਚੋਂ, ਅੱਛਾ ਇਹਦੇ ਚ ਇੱਕ ਨਹੀਂ, ਤੁਸੀਂ ਬਰੇਲਵੀ, ਦਿਓਬੰਦੀ, ਅਹਿਲ ਹਦੀਸ, ਸ਼ੀਆ, ਸਾਰੇ 99% ਜਿਹੜਾ ਨਾ ਉਹਨਾਂ ਦਾ ਹਾਲ ਇਹ ਹੈ ਕਿ ਉਹ ਜਿਹੜਾ ਨਾ ਉਹ ਉਹਨਾਂ ਨੂੰ ਨਹੀਂ ਆਉਂਦੀ। ਅੱਛਾ, ਉਹਦੀ ਹੁਣ ਅੰਦਾਜ਼ਾ ਕਰੋ ਵੀ ਜੇ ਇਸ ਮੌਲਵੀ ਦੇ ਇੱਕ ਮਸਜਿਦ ਦੇ ਵਿੱਚ ਇੱਕ ਮੌਲਵੀ 30 ਸਾਲ ਰਹਿ ਗਿਆ, 35 ਸਾਲ ਰਹਿ ਗਿਆ, ਉਹਨੇ 30-35 ਸਾਲ ਆਪਣੇ ਪਿੱਛੇ ਨਮਾਜ਼ੀਆਂ ਨੂੰ ਨਹੀਂ ਕੁਰਾਨ ਤਰਜਮੇ ਨਾਲ ਸਮਝਾ ਸਕਿਆ, ਉਹ ਉਹਨਾਂ ਨੂੰ ਤਫਸੀਰ ਨਹੀਂ ਦੱਸ ਸਕਿਆ, ਤੇ ਉਹਨੇ ਬਾਕੀ ਪਾਕਿਸਤਾਨ ਨੂੰ ਕਦੋਂ ਜਾ ਕੇ ਦੱਸਣੀ ਹੈ? ਇਹ ਤਾਂ ਮਤਲਬ ਇਹ ਤਾਂ ਕੋਈ ਕਿਤੇ ਜਾਣਾ ਨਹੀਂ। ਅਗਰ ਉਹ ਸਿਰਫ ਇੱਕ ਜੁਮੇ ਦਾ ਹੀ ਖਿਤਾਬ ਜਿਹੜਾ ਕੁਰਾਨ ਤੇ ਕਰਦਿਆ ਕਰੇ, ਕੁਰਾਨ ਦਾ ਇੱਕ ਪਾਸੇ ਸ਼ੁਰੂ ਕਰ ਲਵੇ ਨਾ, ਜਾਂ ਕੋਈ ਹਫ਼ਤੇ ਹੀ 2 ਦਿਨ ਆਪਣੀ ਮਸੀਤੇ ਸ਼ੁਰੂ ਕਰ ਲਵੇ, ਤੇ ਉਹ ਕਿਸੇ ਪਾਸੇ ਜਾ ਲੱਗੇਗਾ। ਠੀਕ ਹੈ ਨਾ। ਅਸਲ ਸਬਬ ਕੀ ਹੈ ਜੀ? ਇਹ ਕਸੂਰ ਮੌਲਵੀਆਂ ਦਾ ਵੀ ਨਹੀਂ ਗਾ, ਮੌਲਵੀਆਂ ਦਾ ਬਲਕਿ ਪੂਰੇ ਮਾਸ਼ਰੇ ਦਾ ਕਸੂਰ ਆ। ਉਹਦੀ ਵਜ੍ਹਾ ਇਹ ਹੈ, ਮੈਂ ਕਹਿੰਦਾ ਹੁੰਦਾ ਕਿ ਫੈਕਟਰੀ ਜਿਹੜੀ ਹੈ ਨਾ, ਉਹਦੇ ਵਿੱਚ ਜਿਹੜਾ ਮਾਲ ਤਿਆਰ ਹੁੰਦਾ ਨਾ, ਉਹਦੀ ਪਹਿਲੇ ਮਾਰਕੀਟਿੰਗ ਹੁੰਦੀ ਹੈ ਕਿ ਇਹ ਮਾਲ ਵਿਕੇਗਾ ਕਿ ਨਹੀਂ ਵਿਕੇਗਾ। ਜੇ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਵੀ ਇਸ ਮਾਲ ਤੇ ਵਿਕਣਾ ਨਹੀਂ, ਤੁਸੀਂ ਫੈਕਟਰੀ 'ਚ ਬਣਾਓਗੇ? ਨਹੀਂ ਬਣਾਉਣ ਲੱਗੇ। ਪਹਿਲੇ ਤੁਸੀਂ ਇਹ ਸੋਚਦੇ ਹੋ ਕਿ ਮਾਲ ਵਿਕੇਗਾ ਕਿਹੜਾ, ਫਿਰ ਉਹਨੂੰ ਬਣਾਉਂਦੇ ਹੋ। ਹੁਣ ਮੌਲਵੀਆਂ ਦੀ ਮਾਰਕੀਟ ਹੈਗੀ ਮਸਜਿਦ, ਜਾਂ ਬਰੇਲਵੀ ਆ, ਜਾਂ ਦਿਓਬੰਦੀ ਆ, ਜਾਂ ਅਹਿਲੇ ਹਦੀਸ ਆ, ਜਾਂ ਸ਼ੀਆ। ਲਿਹਾਜ਼ਾ ਫੈਕਟਰੀ, ਉਹ ਮਦਰਸਾ ਜਿਹੜਾ ਨਾ, ਉਹ ਕੀ ਤਿਆਰ ਕਰਦਾ? ਉਹ ਜਾਂ ਬਰੇਲਵੀ ਤਿਆਰ ਕਰਦਾ, ਜਾਂ ਦਿਓਬੰਦੀ ਤਿਆਰ ਕਰਦਾ, ਜਾਂ ਅਹਿਲੇ ਹਦੀਸ ਤਿਆਰ ਕਰਦਾ, ਜਾਂ ਸ਼ੀਆ ਤਿਆਰ ਕਰਦਾ। ਅੱਛਾ, ਉਹ ਜਿਸ ਵੇਲੇ ਆ ਜਾਂਦਾ ਨਾ ਆਪਣੇ ਟਿਕਾਣੇ ਤੇ ਮਸਜਿਦ ਦੇ ਵਿੱਚ, ਉਹਦਾ ਸਵੇਰੇ, ਸ਼ਾਮ, ਦੁਪਹਿਰੇ, ਰਾਤੀ, ਜੁਮਾ ਹੋਵੇ, ਜੁਮੇਰਾਤ ਹੋਵੇ, ਉਹ ਆਪਣੇ ਮਸਲਕ ਨੂੰ ਤਰਜੀਹ ਦਿੰਦਾ ਹੈ। ਉਹਦੇ ਕੋਲ ਪ੍ਰਮੋਸ਼ਨ ਹੁੰਦੀ ਹੈ। ਉਹੀ ਉਹਨੇ ਮਤਲਬ ਇੱਥੋਂ ਤੱਕ ਕਿ ਜਿਹੜਾ ਨਾ ਮਤਲਬ ਆ ਤੁਸੀਂ ਦੇਖੋਗੇ ਕਿਸੇ ਬੰਦੇ ਦੀ ਫੌਤਗੀ ਹੋਈ ਹੁੰਦੀ ਹੈ, ਉਥੋਂ ਤੁਸੀਂ ਮੌਲਵੀ ਨੂੰ ਜਿਹੜਾ ਨਾ ਸੱਦ ਕੇ ਲਿਆਉਂਦੇ ਹੋ, ਇਹ ਜਨਾਜ਼ਾ ਪੜਾ ਦੇ, ਉਹ ਉੱਥੇ ਕੁਰਾਨ ਦੀ ਗੱਲ ਨਹੀਂ ਕਰੇਗਾ, ਉੱਥੇ ਆਪਣੇ ਮਸਲਕ ਦੀ ਸ਼ੁਰੂ ਕਰਦਾ। ਉਹ ਮਤਲਬ ਹੈ ਵੀ ਉਹ ਜਿਹੜੀਆਂ ਉਹਦੇ ਵਿੱਚ ਕੁਛ ਚੀਜ਼ਾਂ ਹੈਗੀਆਂ ਨਾ, ਉਹਨਾਂ ਨੂੰ ਪ੍ਰਮੋਟ ਉੱਥੇ ਵੀ ਕਰਨਾ ਸ਼ੁਰੂ ਕਰ ਦੇਗਾ। ਇਸ ਵਾਸਤੇ ਕਿ ਉਹਦੇ ਦਿਮਾਗ ਦੇ ਵਿੱਚ 24 ਘੰਟੇ ਘੁੰਮਦਾ ਹੀ ਇਹ ਹੈ, ਉਹਦਾ ਆਪਣਾ ਜਿਹੜਾ ਨਾ ਉਹ ਤਹਫਜ਼ ਵੀ ਇਸੇ ਦੇ ਵਿੱਚ ਹੀ। ਇਹ ਹੈ ਅਸਲ 'ਚ ਸਾਡੇ ਮਾਸ਼ਰੇ ਦਾ ਪ੍ਰੋਬਲਮ। ਇਹ ਜਿਹੜਾ ਫਿਰਕਾਵਾਰੀਅਤ ਖਤਮ ਨਹੀਂ ਹੋਣ ਦਿੰਦਾ। ਅਗਰ ਕੁਰਾਨ ਕਰੀਮ ਜਿਹੜਾ ਨਾ, ਅਗਰ ਇਹ ਆਮ ਲੋਕਾਂ ਨੂੰ ਸਮਝ ਆਉਣਾ ਸ਼ੁਰੂ ਹੋ ਜਾਵੇ, ਤੇ ਫਿਰਕਾਵਾਰੀਅਤ ਤਾਂ ਖੁਦ ਹੀ ਆਪਣੀ ਮੌਤ ਆਪ ਮਰ ਜਾਏਗੀ। ਇਹ ਚੀਜ਼ਾਂ ਵਾ ਜਿਹੜੀਆਂ ਕਾਬਲੇ ਗੌਰ ਹੈ। ਔਰ ਸਾਡੇ ਉਹ ਫਿਰ ਜਿਹੜਾ ਮਾਮਲਾ ਬਣਦਾ ਹੈ ਨਾ, ਉਹ ਇਹ ਬਣਦਾ ਜਿੰਨਾ ਚਿਰ ਤੇ ਉਹ ਉਸ ਮੌਲਵੀ ਦੇ ਮਤਲਬ ਇਹ ਆ ਕਿ ਮੁਤਾਬਕ ਗੱਲ ਹੋ ਰਹੀ ਹੈ, ਫਿਰ ਉਹ ਬਰਦਾਸ਼ਤ ਕਰੇਗਾ। ਜਿਸ ਵੇਲੇ ਉਹਦੇ ਮੁਤਾਬਕ ਨਹੀਂ ਹੋਏਗੀ, ਫਿਰ ਉਹ ਜਿਹੜਾ ਉਹ ਵਿਗਾ ਹੋਏਗਾ। ਇਹ ਚੀਜ਼ ਹੁੰਦੀ ਹੈ। ਬਹਰਹਾਲ ਦੇਖੋ, ਇਹ ਕੁਰਾਨ ਦੇ ਵਿੱਚ ਸਿਰਫ ਨਮਾਜ਼ਾਂ ਹੀ ਨਹੀਂ ਹੈਗੀਆਂ, ਰੋਜ਼ੇ ਨਹੀਂ ਹੈਗੇ। ਇਹਦੇ ਵਿੱਚ ਮਤਲਬ ਇਹ ਆ ਕਿ ਜਾਮਿਆ ਹਦਾਇਤ ਆ ਇਹਦੇ ਵਿੱਚ। ਹੁਣ ਦੇਖੋ, ਜਿਹੜੀ ਚੀਜ਼ਾਂ, 2 ਚੀਜ਼ਾਂ ਅਸੀਂ ਪੜ੍ਹਨ ਲੱਗੇ ਹਾਂ, ਔਰ ਇਹਦਾ ਤਾਲੁਕ ਉਹ ਕੋਈ ਉਹ ਨਹੀਂ ਹੈ ਜਿਹੜਾ ਆਮ ਤੌਰ ਤੇ ਅਸੀਂ ਸਮਝਦੇ। ਮਿਸਾਲ ਦੇ ਤੌਰ ਤੇ ਦੇਖੋ, ਫਰਮਾਇਆ, ਬਸ ਕਿਉਂਕਿ ਹੁਣ ਆਪਣੇ ਕੋਲ ਟਾਈਮ ਵੀ ਥੋੜਾ ਹੀ ਹੁੰਦਾ, ਤੇ ਟਾਈਮ ਕੁਛ ਇੱਦਾਂ ਦਾ ਵੀ ਅੱਜ ਕੱਲ੍ਹ ਧੁੰਦ ਪੈਂਦੀ ਤੇ ਮੈਂ ਪਹੁੰਚਣਾ ਹੁੰਦਾ ਦੂਰ। ਤੇ ਫਰਮਾਇਆ ਕਿ ਲਾ ਯਤਖਿਜ਼ੁਲ ਮੁਅਮਿਨੂਨ ਅਲ ਕਾਫਿਰੀਨ ਔਲਿਆ ਮਿਨ ਦੂਨਿਲ ਮੁਅਮਿਨੀਨ। ਅੱਲਾਹ ਤਾਲਾ ਨੇ ਇੱਕ ਨਸੀਹਤ ਕੀਤੀ, ਤਾਕੀਦ ਕੀਤੀ ਹੈ। ਹੁਣ ਇਹ ਕੋਈ ਨਮਾਜ਼ ਤਾਂ ਨਹੀਂ, ਰੋਜ਼ਾ ਤਾਂ ਨਹੀਂ, ਨਸੀਹਤ ਕੀ ਹੈ? ਈਮਾਨ ਵਾਲੇ ਜਿਹੜੇ ਹੈ ਉਹ ਕਾਫਰਾਂ ਨੂੰ ਬਿਲਕੁਲ ਦੋਸਤ ਨਾ ਬਣਾਉਣ, ਹਰਗਜ਼ ਦੋਸਤ ਨਾ ਬਣਾਉਣ।
ਹੁਣ ਦੇਖੋ ਨਾ, ਇਹ ਕੁਰਾਨ ਦੇ ਵਿੱਚ ਲਿਖਿਆ ਹੈ। ਹੁਣ ਅਸੀਂ ਸਾਡਾ ਉਹੀ ਤਸੱਵਰ ਹੈ ਨਾ ਕਿ ਦੀਨ ਵਿੱਚ ਕੀ ਹੈ, ਨਮਾਜ਼ ਹੈ, ਰੋਜ਼ਾ ਹੈ, ਹਜ ਹੈ, ਜ਼ਕਾਤ ਹੈ, ਤੇ ਇਹ ਫਿਰ ਇਹ ਗੱਲਾਂ ਕਾਹਦੇ ਵਾਸਤੇ ਹੈ? ਅੱਗੇ ਅਸੀਂ ਪੜਾਂਗੇ ਤੇ ਇਹ ਕੋਈ ਮਾਮੂਲੀ ਚੀਜ਼ ਨਹੀਂ ਹੈ। ਹੁਣ ਅਗਰ ਇਹ ਆਮ ਲੋਕਾਂ ਨੂੰ ਸ਼ਊਰ ਹੋਏਗਾ ਤੇ ਫਿਰ ਲੋਕ ਦੇਖਣਗੇ ਨਾ ਕਿ ਯਾਰ ਇਹ ਸਾਡਾ ਤਾਂ ਸਾਰਾ ਮਾਸ਼ਰਾ ਜਿਹੜਾ ਉਹ ਚੱਲਦਾ ਹੀ ਹੋਊ ਨਸਾਰਾ ਦੇ ਤਾਵਨ ਦੇ ਨਾਲ ਹੈ, ਉਹਨਾਂ ਦੇ ਨਾਲ ਦੋਸਤੀ ਦੇ ਨਾਲ ਹੀ ਚੱਲਦਾ, ਸਾਡੇ ਹੁਕਮਰਾਨਾਂ ਦੀਆਂ ਉਹਨਾਂ ਦੇ ਨਾਲ ਦੋਸਤੀਆਂ ਵਾ। ਅਸੀਂ ਵੀ ਘੱਟ ਨਾ ਕਰੀਏ, ਬਸ ਜਦੋਂ ਅਸੀਂ ਕਿਸੇ ਐਸੇ ਮੁਕਾਮ ਤੇ ਪਹੁੰਚਾਂਗੇ ਅਸੀਂ ਵੀ ਕਰਾਂਗੇ, ਠੀਕ ਹੈ ਨਾ। ਹੁਣ ਇਹ ਤਾਂ ਇਸੇ ਤਰ੍ਹਾਂ ਹੀ ਹੁੰਦਾ ਨਾ ਕਿ ਜਿਹੜਾ ਆਦਮੀ ਜਿਹੜਾ ਉਹਦੇ ਨਾਲ ਤਲਕ ਨਹੀਂ, ਮਿਸਾਲ ਦੇ ਤੌਰ ਦੇ ਉੱਤੇ ਮੇਰੇ ਕੋਲ ਕੋਈ ਅਹੁਦਾ ਨਹੀਂ ਤੇ ਮੈਨੂੰ ਰਿਸ਼ਵਤ ਕਿਸੇ ਨੇ ਦੇਣੀ ਹੈ? ਪਤਾ ਤਾਂ ਲੱਗੇ ਨਾ, ਮੇਰੇ ਕੋਲ ਕੋਈ ਅਹੁਦਾ ਹੋਵੇ ਜਿੱਥੇ ਰਿਸ਼ਵਤ ਮਿਲ ਸਕਦੀ ਹੋਵੇ ਤੇ ਫਿਰ ਮੈਂ ਨਾ ਲਵਾਂ, ਠੀਕ ਹੈ ਨਾ। ਮੈਂ ਵਿਹਲਾ ਬੈਠਾ ਤੇ ਤਕਰੀਰਾਂ ਕਰ ਸਕਦਾ, ਠੀਕ ਹੈ ਨਾ। ਇਮਤਿਹਾਨ ਕੀ ਹੈ? ਇਮਤਿਹਾਨ ਪਤਾ ਉਦੋਂ ਲੱਗੇਗਾ ਜਿਸ ਵੇਲੇ ਮੇਰੇ ਕੋਲ ਕੋਈ ਐਸੀ ਪੋਜੀਸ਼ਨ ਹੋਵੇ ਕਿ ਜਿੱਥੇ ਰਿਸ਼ਵਤ ਮਿਲਦੀ ਹੋਵੇ ਤੇ ਫਿਰ ਮੈਂ ਉਹ ਨਾ ਲਵਾਂ, ਠੀਕ ਹੈ। ਫਰਮਾਇਆ ਲਾ ਯਤਖਿਜ਼ੁਲ ਮੁਅਮਿਨੂਨ ਅਲ ਕਾਫਿਰੀਨ ਔਲਿਆ ਮਿਨ ਦੂਨਿਲ ਮੁਅਮਿਨੀਨ, ਮੋਮਿਨਾਂ ਨੂੰ ਛੱਡ ਕੇ ਮੋਮਿਨ ਜਿਹੜੇ ਆ ਕਾਫਰਾਂ ਦੇ ਨਾਲ ਦੋਸਤੀ ਨਾ ਕਰਨ। ਵਮਨ ਯਫਲ ਜ਼ਾਲਿਕਾ ਫਲੈਸਾ ਮਿਨ ਅੱਲਾਹ ਫੀ ਸ਼ੈ, ਜਿਹੜਾ ਇਦਾਂ ਕਰੇਗਾ ਅੱਲਾ ਨੂੰ ਉਸ ਮੁਸਲਮਾਨ ਦੇ ਨਾਲ ਕੋਈ ਵਾਸਤਾ ਨਹੀਂ, ਅੱਲਾ ਦਾ ਕੋਈ ਤਲਕ ਨਹੀਂ। ਹੁਣ ਦੇਖੋ ਨਾ, ਉਹਨੇ ਕੀਤਾ ਹੋਵੇ ਹਜ, ਉਹਨੇ ਰੱਖੀ ਹੋਵੇ ਦਾੜੀ, ਉਹ ਕਰਦਾ ਹੋਵੇ ਨਮਾਜ਼ਾਂ, ਅੱਲਾ ਨੇ ਜਿਹੜੀ ਗੱਲ ਇੱਥੇ ਕਹੀ ਹੈ ਇਹ ਹੁਣ ਆਮ ਬੰਦਿਆਂ ਨੂੰ ਕਿੱਦਾਂ ਸਮਝ ਆਏਗੀ? ਅੱਛਾ, ਇਹ ਵੀ ਸਮਝ ਲਓ ਕਿ ਉਹ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਨਾ, ਉਹਨਾਂ ਨੇ ਕਿਹਾ ਸੀਗਾ ਕਿ ਅਵਾਮੀ ਦਰਸੇ ਕੁਰਾਨ। ਅਵਾਮ ਦਾ ਮਤਲਬ ਇੱਕ ਹੁੰਦਾ ਹੈ ਬੜੇ ਬੜੇ ਆਲਮਾਂ ਦਾ ਦਰਸੇ ਕੁਰਾਨ, ਉਹ ਆਪਣੀਆਂ ਫਲਸਫਿਆਂ ਨਾਲ ਗੱਲਾਂ ਜਿਹੜੀਆਂ ਉਹ ਆਮ ਬੰਦਿਆਂ ਨੂੰ ਸਮਝ ਨਹੀਂ ਆਉਂਦੀਆਂ, ਠੀਕ ਹੈ ਨਾ, ਉਹ ਕਰਦੇ ਰਹਿਣ। ਲੇਕਿਨ ਇੱਕ ਕੁਰਾਨ ਉਹ ਹੈ ਜਿਹੜਾ ਆਮ ਲੋਕਾਂ ਨੂੰ ਉਹਦੀ ਜਿਹੜੀ ਹੈ ਨਾ ਉਹ ਸਮਝ ਆਉਣੀ ਚਾਹੀਦੀ ਹੈ, ਆਮ ਲੋਕਾਂ ਤੱਕ ਉਹਦੀ ਗੱਲ ਜਿਹੜੀ ਹੈ ਨਾ ਪਹੁੰਚਣੀ ਚਾਹੀਦੀ ਹੈ, ਉਹਨਾਂ ਨੂੰ ਪਤਾ ਲੱਗੇ ਵੀ ਸਾਨੂੰ ਕੀ ਗੱਲ ਕਹੀ ਹੈ ਅੱਲਾਹ ਤਾਲਾ ਨੇ। ਤੇ ਇਹ ਹੈ ਫਰਮਾਇਆ ਕਿ ਫਲੈਸਾ ਮਿਨ ਅੱਲਾਹ ਫੀ ਸ਼ੈ, तो ਅੱਲਾਹ ਤਾਲਾ ਦੇ ਨਾਲ ਫਿਰ ਉਹਦਾ ਕੋਈ ਰਿਸ਼ਤਾ ਨਹੀਂ ਰਿਹਾ, ਉਹਦਾ ਤਲਕ ਅੱਲਾਹ ਨਾਲ ਨਹੀਂ ਰਿਹਾ। ਇਲਾ ਅਨ ਤਤਕੂ ਮਿਨਹੁ ਤੁਕਾ, ਸਿਵਾਏ ਇਸ ਦੇ ਕਿ ਤੁਸੀਂ ਉਹਨਾਂ ਕੋਲੋਂ ਕੋਈ ਬਚਾਓ ਦਰਕਾਰ। ਯਾਨੀ ਅੱਲਾਹ ਨੇ ਇਸ ਮਾਮਲੇ 'ਚ ਸਿਰਫ ਇੱਕ ਇਸਤਸਨਾ ਦਿੱਤਾ ਕਿ ਤੁਸੀਂ ਬੇਬਸ ਹੋ, ਤੁਸੀਂ ਕਮਜ਼ੋਰ ਹੋ, ਤੁਸੀਂ ਮਜਬੂਰ ਹੋ, ਤੁਹਾਡਾ ਤਹਫਜ਼ ਉਹਨਾਂ ਦੇ ਨਾਲ ਦੁਸ਼ਮਣੀ ਦੇ ਵਿੱਚ ਨਹੀਂ ਹੈ, ਬਲਕਿ ਉਹਨਾਂ ਦੇ ਨਾਲ ਕੋਈ ਅੱਛੇ ਤਲਕਾਤ ਰੱਖਣ ਨਾਲ। ਤੇ ਤੁਸੀਂ ਜ਼ਾਹਰਨ ਇਹਦੇ ਵਿੱਚ ਵੀ ਯਾਨੀ ਮਤਲਬ ਇਹ ਹੈ ਕਿ ਇੱਕ ਹੈ ਦਿਲੀ ਮੁਹੱਬਤ ਔਰ ਸ਼ਊਰੀ ਤੌਰ ਤੇ ਉਹਨਾਂ ਨੂੰ ਨਫਾ ਪਹੁੰਚਾਉਣਾ ਨਹੀਂ, ਲੇਕਿਨ ਇੱਕ ਜ਼ਾਹਰਨ ਜਿੱਦਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਮਦੀਨੇ ਵਿੱਚ ਆਏ ਸੀ ਨਾ, ਤੇ ਉਹਨਾਂ ਨੇ ਉਸ ਵੇਲੇ ਜ਼ਰੂਰਤ ਸੀ ਤੇ ਉਹ ਯਹੂਦੀਆਂ ਦੇ ਨਾਲ ਵੀ ਮੁਆਹਦੇ ਕੀਤੇ, ਫਿਰ ਸੁਲਹ ਹदैबिया ਵੀ ਹੋਇਆ। ਫਰਮਾਇਆ ਸਿਵਾਏ ਇਸ ਦੇ ਕਿ ਤੁਹਾਡਾ ਬਚਾਓ ਨਾ ਹੁੰਦਾ ਹੋਵੇ ਤੇ ਅੱਲਾਹ ਤਾਲਾ ਤੁਹਾਨੂੰ ਇਹਦੀ ਇਜਾਜ਼ਤ ਦਿੰਦਾ, ਲੇਕਿਨ ਇਹਦੇ ਨਾਲ ਫਰਮਾਇਆ ਵਾ ਯੁਹਜ਼ਿਰੁਕੁਮੁੱਲਾਹੁ ਨਫਸਾ, ਇਹਦੇ ਬਾਵਜੂਦ ਅੱਲਾਹ ਤੁਹਾਨੂੰ ਕਹਿੰਦਾ ਕਿ ਤੁਸੀਂ ਇੰਨਾ ਡਰਦੇ ਕਿਉਂ, ਤੁਸੀਂ ਮੇਰੇ ਕੋਲੋਂ ਡਰੋ। ਯਾਨੀ ਇੱਕ ਗੁੰਜਾਇਸ਼ ਵੀ ਦੇ ਦਿੱਤੀ ਤੇ ਇੱਕ ਇਹ ਗੱਲ ਵੀ ਕਹਿ ਦਿੱਤੀ ਕਿ ਤੁਹਾਨੂੰ ਮੇਰੇ ਕੋਲ ਡਰਨਾ ਚਾਹੀਦਾ, ਹੋਰ ਨਹੀਂ ਕਿਸੇ ਕੋਲ ਡਰਨਾ ਚਾਹੀਦਾ। ਵਾ ਇਲੱਲਾਹਿਲ ਮਸੀਰ, ਔਰ ਫਿਰ ਤੁਸੀਂ ਅੱਲਾਹ ਵੱਲ ਆ ਜਾਣਾ, ਅੱਲਾਹ ਵੱਲ ਲੌਟ ਆਉਣਾ। ਔਰ ਅੱਲਾਹ ਵੱਲ ਵਾਪਸ ਆਉਣ ਦਾ ਕੀ ਮਤਲਬ ਆ? ਕੁਲ ਇਨ ਤੁਖਫੂ ਮਾ ਫੀ ਸੁਦੂਰਿਕੁਮ, ਐ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੁਸੀਂ ਇਹਨਾਂ ਨੂੰ ਇਹ ਗੱਲ ਕਹਿ ਦਿਓ, ਇਨ ਤੁਖਫੂ ਮਾ ਫੀ ਸੁਦੂਰਿਕੁਮ, ਅਗਰ ਤੁਸੀਂ ਜਿਹੜਾ ਉਹ ਛਪਾਓਗੇ ਜੋ ਕੁਛ ਤੁਹਾਡੇ ਦਿਲ ਵਿੱਚ ਹੈ, ਉਹ ਤੁਬਦੂ ਹੋ, ਜਾਂ ਉਹਨੂੰ ਜ਼ਾਹਿਰ ਕਰ ਦਿਓਗੇ। ਯਾਨੀ ਕੀ ਮਤਲਬ? ਮਤਲਬ ਇਹਦਾ ਇਹ ਹੈ ਕਿ ਤੁਸੀਂ ਜਿਹੜਾ ਨਾ ਉਹ ਹਕੀਕਤ ਛੁਪਾਵੇ, ਕੋਈ ਖਤਰਾ ਨਹੀਂ ਸੀ ਇੰਨਾ,
ਯਾਨੀ ਕਿ ਤੁਹਾਨੂੰ ਤੁਸੀਂ ਉਹ ਗੈਰ ਮੁਸਲਮ ਨਾਲ, ਕਾਫਰਾਂ ਦੇ ਨਾਲ, ਯਹੂਦ ਨਸਾਰਾ ਦੇ ਨਾਲ ਦੋਸਤੀਆਂ ਤੇ ਰੱਖੀਆਂ, ਤੁਹਾਨੂੰ ਖਤਰਾ ਨਹੀਂ ਸੀ, ਡਰ ਨਹੀਂ ਸੀਗਾ, ਲੇਕਿਨ ਤੁਹਾਡੇ ਕੋਈ ਮੁਫਾਦਾਤ ਸੀਗੇ। ਬਾਜ਼ ਔਕਾਤ ਇੱਦਾਂ ਹੁੰਦਾ ਨਾ, ਮੈਂ ਕਈ ਦਫਾ ਕਹਿਣਾ ਹੁੰਦਾ ਕਿ ਦੇਖੋ ਮਸਜਿਦ ਦੀ ਤੁਹਾਨੂੰ ਪਛਾਣ ਆ ਕਿ ਜੀ ਇਹ ਬਰੇਲਵੀ ਦੀ ਮਸਜਿਦ ਹੈ, ਇਹ ਦਿਓਬੰਦੀ ਦੀ ਮਸਜਿਦ ਹੈ, ਇਹ ਅਹਿਲ ਹਦੀਸ ਦੀ ਮਸਜਿਦ ਹੈ, ਇਹ ਸ਼ੀਏ ਦੀ ਮਸਜਿਦ ਹੈ। ਤੁਹਾਨੂੰ ਦੁਕਾਨ ਦੀ ਕਿਉਂ ਪਛਾਣ ਨਹੀਂ? ਦੁਕਾਨ ਦੀ ਪਛਾਣ ਹੋਣੀ ਚਾਹੀਦੀ ਨਾ, ਇਹ ਬਰੇਲਵੀ ਦੀ ਪਛਾਣ ਦੁਕਾਨ ਆ, ਇਹ ਦਿਓਬੰਦੀ ਦੀ ਦੁਕਾਨ ਆ, ਇਹ ਸ਼ੀਏ ਦੀ ਦੁਕਾਨ ਆ, ਇਹ ਫਲਾਣੇ ਦੀ। ਕੀ ਵਜ੍ਹਾ ਕਿਉਂ ਨਹੀਂ ਹੁੰਦੀ? ਅੱਛਾ, ਕਦੀ ਕਿਸੇ ਤੁਸੀਂ ਬਰੇਲਵੀ ਨੂੰ ਕਹੋ ਕਿ ਆਪਦੀ ਦੁਕਾਨ ਤੇ ਲਿਖ ਦੇ ਬਰੇਲਵੀ ਕਰਿਆਨਾ, ਕਿਸੇ ਦਿਓਬੰਦੀ ਨੂੰ ਕਹਿ ਦਿਓ ਦਿਓਬੰਦੀ ਕਰਿਆਨਾ, ਕਲਿੱਪ ਬਣਾ ਲਈ ਹੈ, ਇਹ ਫਲਾਨਾ ਕਰਿਆਨਾ। ਕਿਸੇ ਹਸਪਤਾਲ ਦੇ ਡਾਕਟਰ ਨੂੰ ਤੂੰ ਲਿਖਦੇ, ਉਹਨੂੰ ਕਹਿ ਤੂੰ ਲਿਖ ਦੇ ਅਹਿਲ ਹਦੀਸ ਹਸਪਤਾਲ। ਮਸੀਤ ਤੇ ਲਿਖਦਾ ਨਾ ਕਿ ਅਹਿਲ ਹਦੀਸ ਮਸਜਿਦ, ਤੂੰ ਇਹਦੇ ਤੇ ਲਿਖ ਅਹਿਲ ਹਦੀਸ ਹਸਪਤਾਲ। ਕਦੀ ਨਹੀਂ ਲਿਖੇਗਾ ਅਹਿਲ ਹਦੀਸ ਸਕੂਲ, ਦਿਓਬੰਦੀ ਸਕੂਲ। ਕਿਉਂ ਨਹੀਂ ਲਿਖਦਾ? ਉਹ ਕਹਿੰਦਾ ਯਾਰ ਇਹ ਤੇ ਫਿਰ ਦੂਏ ਤੇ ਬੱਚੇ ਨਹੀਂ ਭੇਜਣਗੇ ਸਾਨੂੰ, ਹੈਂ। ਦੇਖ, ਆਪਦੇ ਢਿੱਡ ਦੀ ਇੰਨੀ ਉਹਨੂੰ ਫਿਕਰ ਹੈ। ਯਾਨੀ ਮਸੀਤੇ ਬੰਦਾ ਨਾ ਆਵੇ, ਤੂੰ ਇਹਦੇ ਤੇ ਜ਼ਰੂਰ ਛਾਪ ਲਾ ਕੇ ਜੀ ਇਹ ਬਰੇਲਵੀ ਹੈ, ਦਿਓਬੰਦੀ ਹੈ, ਅਹਿਲ ਹਦੀਸ ਹੈ, ਇੱਥੇ ਨਾ ਦੂਆ ਬੰਦਾ ਆਵੇ। ਹੈਂ, ਤੇਰੀ ਦੁਕਾਨ ਤੇ ਬੰਦਾ ਹਰ ਇੱਕ ਆਉਣਾ ਚਾਹੀਦਾ, ਸਿੱਖ ਵੀ ਆਉਣਾ ਚਾਹੀਦਾ, ਚੂੜਾ ਵੀ ਆਉਣਾ ਚਾਹੀਦਾ। ਹੈਂ, ਉੱਥੇ ਤੂੰ ਆਪਣੀ ਪਹਿਚਾਣ ਨਹੀਂ ਰੱਖਦਾ। ਇਹ ਹੈ ਬਾਤ ਜਿਹੜੀ ਇੱਥੇ ਕਹੀ ਜਾ ਰਹੀ ਹੈ। ਤੇ ਫਰਮਾਇਆ ਕਿ ਕੁਲ ਇਨ ਤੁਖਫੂ ਮਾਫੀ ਸਦੂਰਕਮ ਔ ਤੁਬਦੂਹੂ ਯਅਲਮਹੁ, ਅਗਰ ਤੁਸੀਂ ਛਪਾਓਗੇ ਜੋ ਤੁਹਾਡੇ ਦਿਲ ਵਿੱਚ ਹੈ, ਜਾਂ ਤੁਸੀਂ ਜ਼ਾਹਿਰ ਕਰ ਦਿਓਗੇ। ਯਾਨੀ ਉਹ ਗੱਲ ਪਿਛਲੀ ਦੇ ਨਾਲ ਰਿਲੇਟਡ ਹੈ ਨਾ, ਕਿ ਤੁਹਾਨੂੰ ਕੋਈ ਖਤਰਾ ਤੇ ਨਹੀਂ ਸੀਗਾ, ਲੇਕਿਨ ਤੁਹਾਡੇ ਕੋਈ ਦੁਨਿਆਵੀ ਮਫਾਦਾਤ ਸੀਗੇ, ਔਰ ਤੁਸੀਂ ਉਹਨਾਂ ਮਫਾਦਾਤ ਦੀ ਵਜ੍ਹਾ ਤੋਂ ਯਹੂਦ ਨਸਾਰਾ ਜਾਂ ਕਾਫਰ ਜਿਹੜੇ ਸੀ ਉਹਨਾਂ ਨਾਲ ਆਪਣੇ ਤਲਕਾਤ ਨੂੰ ਕਾਇਮ ਕੀਤਾ ਜਾਂ ਰੱਖਿਆ ਉਹ ਤਲਕਾਤ ਨੂੰ। ਤਾਂ ਫਰਮਾਇਆ ਕਿ ਅੱਲਾਹ ਤਾਲਾ ਨੂੰ ਤੇ ਨਹੀਂ ਭੁੱਲ, ਤੁਸੀਂ ਬਜ਼ਾਹਰ ਆਪਣੇ ਆਵਾਮ ਨੂੰ ਕਹਿ ਦਿੱਤਾ ਜਾਂ ਦੇਖਣ ਵਾਲਿਆਂ ਨੂੰ ਕਹਿ ਦਿੱਤਾ ਕਿ ਯਾਰ ਮੇਰਾ ਇਹ ਮਸਲਾ ਸੀਗਾ। ਬਾਜ਼ ਔਕਾਤ ਤੇ ਹਕੀਕੀ ਹੈ ਨਾ। ਹੁਣ ਦੇਖੋ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਰਹਿੰਦੇ ਆ, ਉੱਥੇ ਕਿਸੇ ਜਗ੍ਹਾ ਤੇ ਕੋਈ ਅਕਸਰੀਅਤ ਗੈਰ ਹਿੰਦੂਆਂ ਦੀ ਹੈ, ਗੈਰ ਮੁਸਲਮਾਨ ਦੀ, ਉਹਨਾਂ ਦੇ ਵਿੱਚ ਕੋਈ ਗਰੀਬ ਮੁਸਲਮਾਨ ਫਸਿਆ ਹੈਗਾ, ਤੇ ਉਹ ਹੁਣ ਉੱਥੇ ਇੱਦਾਂ ਤਾਂ ਨਹੀਂ ਰਹਿ ਸਕਦਾ ਨਾ, ਉਹਨੂੰ ਕੁਛ ਨਾ ਕੁਛ ਆਪਣਾ ਤਹਫ਼ੁਜ਼ ਵਾਸਤੇ। ਤੇ ਜਿੱਦਾਂ ਉਹ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਅਗਰ ਮੁਹੱਲਾ ਜਿਹੜਾ ਨਾ ਉਹ ਹੋਵੇ ਬਰੇਲਵੀਆਂ ਦਾ, ਤੇ ਵਿੱਚ ਕੋਈ ਅਹਿਲ ਹਦੀਸ ਰਹਿੰਦਾ ਹੋਵੇ, ਤੇ ਉਹਨਾਂ ਦੀ ਫੌਤਗੀ ਹੋ ਜਾਏ, ਤੇ ਉਹ ਆਮ ਤੌਰ ਤੇ ਰਸਮਾਂ ਜਿਹਨਾਂ ਚੋਂ ਨਹੀਂ ਜਾਂਦੇ ਉਹਦੇ ਚ ਵੀ ਚਲੇ ਜਾਂਦੇ, ਕਿਉਂਕਿ ਮੁਹੱਲੇਦਾਰੀ ਯਾਰ ਹੁਣ ਇੱਥੇ ਇਹ ਹੁਣ ਮਤਲਬ ਸਾਡੇ ਅਕੀਦੇ ਦੇ ਮੁਤਾਬਕ ਤਾਂ ਨਹੀਂ ਗਾ, ਪਰ ਹੁਣ ਇੱਥੇ ਫਾਹ ਪਿਆ ਵਾ। ਹੈਂ, ਉਹ ਇਸ ਹਿਸਾਬ ਦਾ ਮਤਲਬ ਹੈ ਕਿ ਕੋਈ ਮਸਲਾ ਕਿਸੇ ਵਕਤ ਆ ਗਿਆ ਤੇ ਉਹ ਤੇ ਠੀਕ ਹੈ, ਚਲੋ ਅੱਲਾਹ ਤਾਲਾ ਨੇ ਕਿਹਾ ਕਿ ਵੀ ਸਵਾਏ ਇਸ ਦੇ ਕੋਈ ਤੁਹਾਨੂੰ ਮਤਲਬ ਹੈ ਕਿ ਇਹ ਅੰਦੇਸ਼ਾ ਹੋ ਜਾਂਦਾ ਕਿ ਜੀ ਇਹ ਤਾਂ ਮੈਂ ਵੈਸੇ ਮਿਸਾਲ ਦਿੱਤੀ ਹੈ, ਲੇਕਿਨ ਉੱਥੇ ਤਾਂ ਇਹ ਵੀ ਹੈ ਨਾ ਕਿ ਫਿਰ ਉਹ ਖਤਰਾ ਵੀ ਹੋ ਜਾਂਦਾ, ਬਾਜ਼ ਔਕਾਤ ਦੁਸ਼ਮਣ ਕੁਝ ਵੀ ਕਰ ਸਕਦਾ। ਤੇ ਫਰਮਾਇਆ ਕਿ ਅਗਰ ਤਾਂ ਇਹ ਹਕੀਕੀ ਪ੍ਰੋਬਲਮ ਤੁਹਾਨੂੰ ਹੈ ਸੀ, ਫਿਰ ਤਾਂ ਚਲੋ ਅੱਲਾਹ ਨੇ ਇਜਾਜ਼ਤ ਦੇ ਦਿੱਤੀ ਹੈ, ਇੰਨੀ ਕੁ ਦਿੱਤੀ ਹੈ ਕਿ ਤੁਸੀਂ ਜ਼ਾਹਰੀ ਤੌਰ ਦੇ ਉੱਤੇ ਜਿਹੜਾ ਨਾ ਉਹ ਕੋਈ ਆਪਣਾ ਰਵੱਈਆ ਜਿਹੜਾ ਨਾ ਉਹ ਉਹਨਾਂ ਨਾਲ ਦੋਸਤਾਨਾ ਬਣਾ ਸਕਦੇ ਹੋ, ਦਿਲੀ ਤੌਰ ਤੇ ਤਾਂ ਫਿਰ ਵੀ ਨਹੀਂ ਬਣਾ ਸਕਦੇ। ਤੇ ਫਰਮਾਇਆ ਵਾ ਯਅਲਮੁ ਮਾ ਫਿ ਸਮਾਵਾਤ ਵ ਮਾ ਫਿਲ ਅਰਦ, ਉਹ ਜਾਣਦਾ ਵਾ ਜੋ ਕੁਛ ਵੀ ਆਸਮਾਨਾਂ 'ਚ ਹੁੰਦਾ, ਜੋ ਕੁਛ ਜ਼ਮੀਨ ਤੇ ਹੁੰਦਾ, ਹਰ ਜੋ ਕੁਛ ਵੀ ਹੋ ਰਿਹਾ ਸਭ ਨੂੰ ਉਹ ਜਾਣਦਾ। ਵੱਲਾਹੁ ਅਲਾ ਕੁੱਲ ਸ਼ੈਨ ਕਦੀਰ, ਔਰ ਅੱਲਾਹ ਤਾਲਾ ਹਰ ਚੀਜ਼ ਦੀ ਕੁਦਰਤ ਰੱਖਦਾ। ਹੁਣ ਅੱਗੇ ਇਹ ਜਿਹੜਾ ਅੱਲਾਹ ਜਾਣਦਾ ਹੈ, ਇਹਦਾ ਨਤੀਜਾ ਨਿਕਲਣਾ। ਫਰਮਾਇਆ ਯੌਮ ਤਜਿਦੁ ਕੁੱਲੁ ਨਫਸਿਨ ਮਾ ਅਮਿਲਤ ਮਿਨ ਖੈਰਿਨ ਮੁਹਜ਼ਰਾ, ਜਿਸ ਦਿਨ ਹਰ ਕੋਈ ਦੇਖ ਲਏਗਾ ਉਹਨੇ ਜੋ ਵੀ ਅਮਲ ਕੀਤਾ ਉਹ ਹਾਜ਼ਰ ਹੈ। ਵਮਾ ਅਮਿਲਤ ਮਿਨ ਸੂ, ਜੋ ਅਮਲ ਬੁਰਾ ਕੀਤਾ, ਜੋ ਬੁਰਾਈ ਕੀਤੀ, ਜੋ ਅੱਛਾਈ ਕੀਤੀ, ਹਾਜ਼ਰ ਹੈ। ਵਮਨ ਯਅਮਲ ਮਿਸਕਾਲ ਜ਼र्रतिन खैरन यरा वमन यअमल मिसकाल ज़र्रतिन शर्रन यरा, दिखा देता जाएगा।
या बुनैया इन्नहा इन तकु मिस्काल हब्बतिन मिन खरदल फतकुन फी सखरतिन औ फिस समावाति औ फिल अर्दि याति बिहिल्लाह, इंज हत्थ च रख दिता जाएगा। तवद्दु लौ अन्ना बैनहा व बैनहु अमदम बईदा, और उस वेले जदों देखेगा वो अपने अमाल ते ओ कहेगा काश ऐ मेरे काम है, काश इन्हां दे नाल मेरा तल्लक साबित ना होवे। मिसाल के तौर देते कोई बाज़ औकात गुनाह किया, गुनाह तो मुराद है कि चोरी की है, वो चोरी का माल मेरे हथ विच है, मालक आ गया, हुण सब तो पहले मैं इस माल तो अपने आप को अलहदा करांगा क्योंकि मालक सामने आ गया। हुण मैं चैन अच्छा मैं उन्होंने अपने लो छड्ड दिता, उन्हें आके क्या ये हुण तू मैनू वेख के सिटा, नहीं नहीं मैं नहीं, ये पता नहीं ये कित्थों आ गया, मैं कितने ठीक है, मेरा इहदे नाल कोई तल्लक नहीं। अल्लाह ताला फरमांदा है कि उस वेले अपने उन्हां अमाल दे नाल जिहड़ा ना वो तल्लक तुहानू तकलीफ देवेगा, तुहानू नापसंद होएगा, तुसी चाहोगे इहदे नाल साडा तल्लक साबित ना हो सके भी ये काम मैं कीता, ये अमल मैं कीता। वा युहज़िरुकुमुल्लाहु नफ्सा, ते अल्लाह कहंदा वो वेला आउण तो पहले अल्लाह तुहानू अज अपने आप तो डरांदा है। वल्लाहु रऊफुम बिल इबाद, अल्लाह अपने बंदियां दे हक दे विच इंतहाई रऊफ है, रहीम है, नरम है। अल्लाह देखो हुण असी अल्लाह को रहमत मंगदे हैं, अल्लाह कहंदा कि मैं रहीम है, रऊफ है, और मेरे रहीम और रऊफ होने का यह मज़र है कि मैं तुहानू यह हिदायत दी है, मैं तुहानू यह कुरान दिता है, और यह कुरान जिहड़ा की है व अनज़लल फुरकान, इनू मैं फुरकान बना के नाज़िल कीता है, यानी ये फैसला वा आखिरी फैसला, अटल फैसला जिद्दां कहंदे ना, ये अटल फैसले के तौर के उत्ते ये नाज़िल कीता है। ये है जिहड़ा फरमाया ना कि बहुत सारे लोग जिहड़े ने इस कुरान की वजह तो अल्लाह गिरा देगा। इन अल्लाह यरफा बिहाज़ल किताब अक़वामम व यज़उ बिही आखरीन, बहुत सारे लोग ये यानी जिद्दां कहंदे ना कि ऐस कसौटी ते आके कोई फेल हो गया, पास हो गया, जिहड़ा पास हो गया वो बुलंद हो गया, जिहड़ा फेल हो गया वो डिग पिया। इस कुरान के मुताबिक इस कसौटी ते जिहड़ा मारिया गया, जिहड़ा बच गया वो पा गया। अल्लाह सानू कुरान दा फहम अता फरमाए, अमल दी तौफीक अता फरमाए। अकूलु कौली हाज़ा वस्तगफिरु ली व लकुम व लिसाइरिल मुस्लिमीन वल मुस्लिमात। अल्हम्दुलिल्लाहि रब्बिल आलमीन।